ਅੱਜ ਅਸੀਂ ਇਸ ਭਾਗ ਦੇ ਵਿੱਚ ਕਰੁਣਾ ਰਸ ਜਿਹੜਾ ਕਿ ਸਾਹਿਤ ਦਾ ਇੱਕ ਅਹਿਮ ਰਸ ਹੈ ਉਸ ਸੰਬੰਧੀ ਗੱਲਬਾਤ ਕਰਾਂਗੇ। ਸੋ ਇਸ ਗੱਲਬਾਤ ਤੋਂ ਪਹਿਲਾਂ ਇੱਕ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਜਿਸ ਔਰਤ ਦੀ ਤਸਵੀਰ ਹੈ ਇਹਦੇ ਜਿਹੜੇ ਮਨ ਦੇ ਭਾਵ ਇਸ ਤਸਵੀਰ ਰਾਹੀਂ ਨਜ਼ਰ ਆ ਰਹੇ ਨੇ ਉਹ ਉਦਾਸੀ ਵਾਲੇ ਨੇ। ਇਸੇ ਤਰ੍ਹਾਂ ਹੀ ਅਗਲੀ ਤਸਵੀਰ ਦੇ ਵਿੱਚ ਇੱਕ ਮਾਂ ਹੈ, ਬੱਚੇ ਨੂੰ ਚੱਕਿਆ ਔਰ ਇਹਦੇ ਵਿੱਚ ਵੀ ਕੋਈ ਖੁਸ਼ੀ ਵਾਲਾ ਭਾਵ ਨਹੀਂ ਹੈ, ਦੁੱਖ ਹੈ, ਦਰਦ ਹੈ, ਗਮਗੀਨ ਸਥਿਤੀ ਹੈ। ਇਸੇ ਤਰ੍ਹਾਂ ਤੀਸਰੀ ਤਸਵੀਰ ਹੈ, ਬੱਚਾ ਰੋ ਰਿਹਾ ਹੈ, ਅੱਖਾਂ 'ਚ ਅੱਥਰੂ ਹਨ। ਇੱਦਾਂ ਦੀ ਇੱਕ ਤਸਵੀਰ ਹੋਰ ਬੱਚੇ ਦੀ ਹੈ, ਰੋ ਰਿਹਾ ਹੈ, ਔਰਤ ਰੋ ਰਹੀ ਹੈ ਔਰ ਹੰਝੂਆਂ ਦੇ ਰਾਹੀਂ ਜਿਹੜਾ ਦੁੱਖ ਹੈ, ਦਰਦ ਹੈ, ਪੀੜਾ ਹੈ ਉਹ ਬਾਹਰ ਦਿਸ ਰਹੀ ਹੈ। ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪ੍ਰਤੱਖ ਪੀੜਾ। ਸੋ ਜਿਸ ਰਸ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ, ਕਰੁਣਾ ਰਸ, ਇਸ ਦਾ ਸਥਾਈ ਭਾਵ ਵੀ ਸ਼ੋਕ ਹੈ। ਇਹ ਸ਼ੋਕ ਦੁੱਖ ਨੂੰ, ਦਰਦ ਨੂੰ, ਪੀੜਾ ਨੂੰ, ਮਨ ਦੀ ਉਦਾਸੀ ਨੂੰ ਪ੍ਰਗਟ ਕਰਦਾ ਹੈ। ਉਸ ਦਾ ਹੀ ਇੱਕ ਉਹ ਭਾਵ ਹੈ ਜਿਹੜਾ ਹਰ ਮਨੁੱਖ ਦੇ ਅੰਦਰ ਪੱਕੇ ਤੌਰ 'ਤੇ ਹੁੰਦਾ ਹੈ ਔਰ ਜਦੋਂ ਕੋਈ ਦੁਖਦਾਈ, ਦੁਖਾਂਤਕ ਘਟਨਾਵਾਂ ਅਸੀਂ ਦੇਖਦੇ ਹਾਂ, ਹਾਲਾਤ ਦੇਖਦੇ ਹਾਂ ਇਸ ਤਰ੍ਹਾਂ ਦੇ ਦੁਖਦਾਇਕ, ਅਤੇ ਉਹ ਜਿਹੜਾ ਭਾਵ ਹੈ, ਸੁੱਤਾ ਹੋਇਆ ਭਾਵ ਸਾਡੇ ਅੰਦਰ ਜਾਗ ਪੈਂਦਾ। ਸੋ ਕਰੁਣਾ ਰਸ ਦਾ ਸਥਾਈ ਭਾਵ ਸ਼ੋਕ ਹੈ। ਤੁਸੀਂ ਇਸ ਐਨੀਮੇਸ਼ਨ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸ਼ੋਕ ਹੈ ਇਹਦੀ ਅਵਸਥਾ ਕਿੱਦਾਂ ਦੀ ਹੁੰਦੀ ਹੈ, ਉਦਾਸੀ ਵਾਲੀ। ਸ਼ੋਕ ਦੇ ਭਾਵ ਦੇ ਨਾਲ ਉਦਾਸ ਚਿਹਰਾ ਹੁੰਦਾ ਹੈ ਔਰ ਇਸ ਉਦਾਸ ਚਿਹਰੇ ਦੇ ਵਿੱਚ ਜ਼ਿਆਦਾ ਪੀੜਾ ਜੇਕਰ ਬਾਹਰ ਆਉਂਦੀ ਹੈ ਤਾਂ ਹੰਝੂ ਵੀ ਆ ਸਕਦੇ ਨੇ। ਹੰਝੂਆਂ ਦੇ ਵਿੱਚ ਮਨੁੱਖ ਉੱਚੀ ਉੱਚੀ ਰੋ ਵੀ ਸਕਦਾ ਹੈ। ਔਰ ਸਾਹਿਤ ਵਿਚਲਾ ਜਿਹੜਾ ਇਹ ਸਥਾਈ ਭਾਵ ਸ਼ੋਕ ਹੈ, ਇਹ ਇੱਕ ਅਜਿਹਾ ਸਥਾਈ ਭਾਵ ਹੈ ਜਿਹੜਾ ਉਦਾਸੀਨ ਘਟਨਾਵਾਂ ਦੇ ਵਿੱਚੋਂ, ਦੁਖਾਂਤਕ ਵਰਤਾਰਿਆਂ ਵਾਲੀਆਂ ਰਚਨਾਵਾਂ 'ਚੋਂ ਜਾਗਦਾ। ਪਰੰਤੂ ਇਹ ਭਾਵ ਉਦੋਂ ਹੀ ਜਾਗਣਾ ਜਦੋਂ ਅਸੀਂ ਰਚਨਾ ਦੇ ਨਾਲ ਇੱਕਮਿਕ ਹੁੰਦੇ ਹਾਂ। ਸੋ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਸਾਰੀਆਂ ਕਰੁਣਾ ਰਸੀ ਰਚਨਾਵਾਂ ਹਨ। ਜਦੋਂ ਅਸੀਂ ਲੋਕਧਾਰਾ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਸੰਦਰਭ ਦੇ ਵਿੱਚ ਉਹ ਲੋਕਧਾਰਾਈ ਰੂਪ ਜਿਨ੍ਹਾਂ ਦੇ ਵਿੱਚ ਵਹਿਣ ਹੈ, ਕੀਰਨੇ ਹਨ, ਇਹ ਸਿੱਧੇ ਰੂਪ 'ਚ ਕਰੁਣਾ ਰਸ ਦੇ ਨਾਲ ਹੀ ਜੁੜੇ ਹਨ। ਕਵਿਤਾਵਾਂ ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਕਰੁਣਾ ਰਸ ਨਾਲ ਸੰਬੰਧਿਤ ਹਨ। ਪਰੰਤੂ ਵਾਰਿਸ ਸ਼ਾਹ ਕਵਿਤਾ ਅੰਮ੍ਰਿਤਾ ਪ੍ਰੀਤਮ ਦੀ, ਡਾਕਟਰ ਹਰਭਜਨ ਸਿੰਘ ਦੀ ਕਵਿਤਾ ਬਚਪਨ ਔਰ ਪੰਜਾਬੀ ਜਗਤ ਦੇ ਬੜੇ ਨਾਮਵਰ ਸ਼ਾਇਰ ਪ੍ਰੋਫੈਸਰ ਗੁਰਭਜਨ ਗਿੱਲ ਜੀ ਦਾ ਜਿਹੜਾ ਗੀਤ ਲੋਰੀ ਹੈ, ਇਹ ਬੜੀਆਂ ਕਰੁਣਾ ਰਸੀ ਰਚਨਾਵਾਂ ਹਨ। ਤੁਸੀਂ ਇੱਕ ਤੁਹਾਨੂੰ ਫਿਲਮ ਦਾ ਦ੍ਰਿਸ਼ ਅਸੀਂ ਦਿਖਾ ਰਹੇ ਹਾਂ। ਇਸ ਫਿਲਮ ਦੇ ਛੋਟੇ ਜਿਹੇ ਦ੍ਰਿਸ਼ ਨੂੰ ਪਹਿਲਾਂ ਤੁਸੀਂ ਦੇਖਣ ਦਾ ਯਤਨ ਕਰੋਗੇ ਕਿ ਕਿਵੇਂ ਪਹਿਲਾਂ ਪੜ੍ਹੇ ਲਿਖੇ ਪੁੱਤ ਆਪਣੀ ਮਾਂ ਦੀ ਕਦਰ ਨਹੀਂ ਕਰਦੇ। ਜਦੋਂ ਵੰਡ ਦੀ ਗੱਲ ਹੁੰਦੀ ਹੈ ਅਤੇ ਜ਼ਮੀਨ ਆਪਣੇ ਹਿੱਸੇ 'ਚ ਲੈ ਜਾਂਦੇ ਹਨ ਅਤੇ ਇੱਕ ਭੋਲਾ ਪੁੱਤ, ਘੱਟ ਪੜ੍ਹਿਆ ਪੁੱਤ ਹਿੱਸੇ ਦੇ ਵਿੱਚ ਮਾਂ ਦੀ ਜ਼ਮੀਨ ਨਹੀਂ ਮੰਗਦਾ, ਮਾਂ ਦੀ ਸੰਭਾਲ ਮੰਗਦਾ ਹੈ। ਤਾਂ ਇਹ ਪਤਾ ਲੱਗਦਾ ਮਾਂ ਦਾ ਹਿੱਸਾ ਬਰਾਬਰ ਨਹੀਂ। ਸੁਣੋ, ਤੇਰੀ ਨਾ ਇੱਕ ਸ਼ਰਤ ਹੈ। ਸ਼ਰਤ? ਮੈਨੂੰ ਬੀਬੀ ਚਾਹੀਦੀ ਹੈ। ਹਾਂ ਬਈ ਬੋਲੋ। ਸਾਰਾ ਕੁਝ ਛੱਡੀ ਜਾਂਦਾ, ਮਾਂ ਮੰਗਦਾ। ਲਿਓ, ਤੁਹਾਡੀ ਬੀਬੀ ਨਹੀਂ ਹੋਣੀ ਅੱਜ ਤੋਂ। ਜਿਵੇਂ ਅੱਜ ਤੋਂ ਜ਼ਮੀਨ ਤੁਹਾਡੀ, ਉਵੇਂ ਬੀਬੀ ਮੇਰੀ। ਮੈਂ ਤੁਹਾਡੀ ਜ਼ਮੀਨ ਕੰਨੀ ਨਹੀਂ ਝਾਕਦਾ, ਤੁਸੀਂ ਬੀਬੀ ਕੰਨੀ ਨਾ ਝਾਕਿਓ। ਬਹੁਤ ਤੁਸੀਂ। ਸੋ ਇਸ ਫਿਲਮੀ ਦ੍ਰਿਸ਼ ਦੇ ਵਿੱਚ ਦੇਖਦੇ ਹਾਂ ਕਿ ਮਾਂ ਦੀ ਇੱਕ ਪੁੱਤਾਂ ਦੀ ਉਹ ਧਿਰ ਹੈ ਜਿਹੜੀ ਕਦਰ ਨਹੀਂ ਕਰਦੀ, ਜਿਉਂਦੇ ਜੀ ਸਤਾਉਂਦੀ ਹੈ ਔਰ ਵੰਡ ਦੇ ਲਈ ਸਿਰਫ ਜ਼ਮੀਨ ਨੂੰ ਪਹਿਲ ਦਿੰਦੀ ਹੈ।
ਦੂਸਰਾ ਪੁੱਤ ਮਾਂ ਨੂੰ ਚਾਹੁੰਦਾ ਹੈ, ਮਾਂ ਦੀ ਕਦਰ ਚਾਹੁੰਦਾ ਹੈ, ਜ਼ਮੀਨ ਦਾ ਲਾਲਚ ਨਹੀਂ ਰੱਖਦਾ। ਤੋ ਇਹ ਜਿਹੜੇ ਵੇਰਵੇ ਬੜੇ ਭਾਵੁਕ ਨੇ, ਮਨ ਦੇ ਵਿੱਚ ਸਾਡੇ ਸ਼ੋਕ ਦੇ ਭਾਵ ਨੂੰ ਜਗਾਉਂਦੇ ਨੇ। ਸੋ ਇਸੇ ਤਰ੍ਹਾਂ ਸ਼ੋਕ ਦੇ ਭਾਵ ਨੂੰ ਜਗਾਉਣ ਦੇ ਕਈ ਕਾਰਨ ਬਣਦੇ ਆ, ਜਿਹਨੂੰ ਅਸੀਂ ਸਾਹਿਤਕ ਭਾਸ਼ਾ ਦੇ ਵਿੱਚ ਵਿਭਾਵ ਕਹਿ ਦਿੰਦੇ ਹਾਂ, ਜਿਹਦੇ ਵਿੱਚ ਰਚਨਾ ਦੇ ਦੁਖਾਂਤਕ, ਸ਼ੋਕਮਈ, ਦਿਲ ਕੰਬਾਊ, ਤਰਾਸਦਿਕ ਦ੍ਰਿਸ਼ ਹੋਣ, ਜਾਂ ਇਸ ਤਰ੍ਹਾਂ ਦੀ ਵਿਸ਼ਾ ਸਮੱਗਰੀ ਹੋਵੇ, ਜਾਂ ਸ਼ੋਕਮਈ ਵਾਰਤਾਲਾਪ ਜਾਂ ਸ਼ੋਕਮਈ ਪੇਸ਼ਕਾਰੀ ਹੋਵੇ, ਤਾਂ ਉਹਦੇ ਨਾਲ ਪਾਠਕ, ਸਰੋਤੇ ਜਾਂ ਦਰਸ਼ਕ ਦੇ ਮਨ ਵਿੱਚ ਸੁੱਤਾ ਹੋਇਆ ਸ਼ੋਕ ਦਾ ਭਾਵ ਜਾਗਰਿਤ ਹੁੰਦਾ ਹੈ। ਔਰ ਇੱਕ ਚਾਰ ਸਾਹਿਬਜ਼ਾਦੇ ਐਨੀਮੇਸ਼ਨਲ ਫਿਲਮ ਬੜੀ ਚਰਚਿਤ ਰਹੀ ਹੈ, ਉਸ ਦਾ ਇੱਕ ਉਹ ਦ੍ਰਿਸ਼ ਜਿਹਦੇ ਵਿੱਚ ਸਾਡੇ ਛੋਟੇ ਸਾਹਿਬਜ਼ਾਦੇ ਜਦੋਂ ਆਪਣੀ ਦਾਦੀ ਮਾਂ ਦੇ ਨਾਲੋਂ ਵਿਛੜਦੇ ਨੇ, ਤਾਂ ਉਹ ਜਿਹੜਾ ਦ੍ਰਿਸ਼ ਹੈ ਉਹ ਮਨ ਨੂੰ ਪਿਘਲਾਉਣ ਵਾਲਾ ਹੈ। ਜਦੋਂ ਤੁਸੀਂ ਵੀ ਦੇਖੋਗੇ, ਖੁੱਭ ਕੇ ਦੇਖਦੇ ਆ, ਤੇ ਸਾਨੂੰ ਇਹ ਸਪਸ਼ਟ ਹੋ ਜਾਵੇਗਾ ਕਿ ਸ਼ੋਕ ਦਾ ਭਾਵ ਸਾਡੇ ਅੰਦਰ ਕਿਵੇਂ ਜਾਗਦਾ ਹੈ। ਆਓ ਦੇਖੀਏ। ਸੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ, ਔਰ ਉਸ ਸ਼ਹਾਦਤ ਤੋਂ ਪਹਿਲਾਂ ਦਾਦੀ ਜੀ ਨਾਲੋਂ ਵਿਛੋੜੇ ਦਾ ਜਿਹੜਾ ਇਹ ਦ੍ਰਿਸ਼ ਹੈ, ਹਰ ਦਰਸ਼ਕ, ਸਰੋਤੇ, ਪਾਠਕ ਨੂੰ ਪਿਘਲਾ ਦਿੰਦਾ। ਸੋ ਇਹਦੇ ਨਾਲ ਸਾਡੇ ਅੰਦਰੋਂ ਇਹ ਜਿਹੜਾ ਸ਼ੋਕ ਦਾ ਸਥਾਈ ਭਾਵ ਹੈ ਉਹ ਜਾਗਦਾ ਹੈ। ਔਰ ਇਸ ਆਧਾਰ 'ਤੇ ਅਸੀਂ ਕਰੁਣਾ ਰਸ ਦੀ ਪਰਿਭਾਸ਼ਾ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਕਿਸੇ ਰਚਨਾ ਵਿਚਲੀ ਦੁਖਦਾਇਕ, ਦਰਦ ਭਰੀ, ਸ਼ੋਕਮਈ, ਮਨ ਨੂੰ ਪਿਘਲਾ ਦੇਣ ਵਾਲੀ ਵਿਸ਼ਾ ਸਮੱਗਰੀ ਨੂੰ ਪੜ੍ਹ, ਸੁਣ ਜਾਂ ਦੇਖ ਕੇ ਪਾਠਕ, ਸਰੋਤੇ ਜਾਂ ਦਰਸ਼ਕ ਦੇ ਮਨ ਵਿੱਚ ਸ਼ੋਕ ਦੇ ਸਥਾਈ ਭਾਵ ਦੇ ਜਾਗਣ ਉਪਰੰਤ ਜਿਸ ਰਸ ਦੀ ਪ੍ਰਾਪਤੀ ਹੁੰਦੀ ਹੈ, ਉਸ ਨੂੰ ਅਸੀਂ ਕਰੁਣਾ ਰਸ ਕਹਿੰਦੇ ਹਾਂ। ਇਹ ਰਸ ਅਸਲ ਵਿੱਚ ਮਨੁੱਖ ਦੇ ਜਿਹੜੇ ਉਹਦੇ ਅੰਦਰ ਸ਼ੋਕ ਦੇ ਭਾਵ ਨੇ, ਉਹਨਾਂ ਦੀ ਹੀ ਤ੍ਰਿਪਤੀ ਕਰਦਾ। ਸੋ ਇਸ ਸੰਦਰਭ ਦੇ ਵਿੱਚ ਇਹ ਕਰੁਣਾ ਰਸ ਹੈ ਕੀ ਹੈ, ਕਿੱਦਾਂ ਦੀਆਂ ਘਟਨਾਵਾਂ ਤੋਂ, ਕਿੱਦਾਂ ਦੀਆਂ ਰਚਨਾਵਾਂ ਦੇ ਵਿੱਚ ਦੁਖਾਂਤਕ ਜਿਹੜੇ ਵੇਰਵੇ ਨੇ ਉਹਨਾਂ ਤੋਂ ਇਹ ਜਾਗਦਾ ਹੈ। ਸ਼ੋਕ ਦਾ ਜਿਹੜਾ ਸਥਾਈ ਭਾਵ ਹੈ, ਉਹਦੀ ਇੱਕ ਉਦਾਹਰਨ ਅਸੀਂ ਤੁਹਾਨੂੰ ਹੋਰ ਦਿਖਾਵਾਂਗੇ। ਪੰਜਾਬੀ ਸਾਹਿਤ ਦੇ ਵਿੱਚ ਪ੍ਰੋਫੈਸਰ ਗੁਰਭਜਨ ਗਿੱਲ ਜੀ ਦਾ ਇੱਕ ਗੀਤ ਬਹੁਤ ਚਰਚਿਤ ਰਿਹਾ, ਲੋਰੀ। ਆਓ ਸੁਣੀਏ, ਉਸ ਦਾ ਥੋੜ੍ਹਾ ਜਿਹਾ ਫਿਲਮਾਂਕਣ ਦੇਖਣ ਦਾ ਯਤਨ ਕਰੀਏ, ਤਾਂ ਸਾਨੂੰ ਇਸ ਸਥਾਈ ਭਾਵ ਦਾ ਜਿਹੜਾ ਸ਼ੋਕ ਦਾ ਸਥਾਈ ਭਾਵ ਹੈ ਜਾਗਦਾ ਕਿਵੇਂ ਹੈ, ਔਰ ਰਚਨਾ ਦੇ ਵਿੱਚੋਂ ਕਰੁਣਾ ਰਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਉਹ ਅਸੀਂ ਮਹਿਸੂਸ ਕਰ ਸਕਦੇ ਹਾਂ। ਮਾਏ ਨੀ ਅਣਜੰਮੀ ਤੀਨੂੰ ਆਪਣਿਆਂ ਨਾਲੋਂ ਵਿਛੜੇ ਜੀਨੂੰ, ਮਾਏ ਨੀ ਅਣਜੰਮੀ ਤੀਨੂੰ ਆਪਣਿਆਂ ਨਾਲੋਂ ਵਿਛੜੇ ਜੀਨੂੰ, ਜਾਂਦੀ ਵਾਰੀ ਮਾਏ ਨੀ, ਜਾਂਦੀ ਵਾਰੀ ਮਾਏ ਨੀ
ਇੱਕ ਲੋਰੀ ਦੇ ਬਾਬਲ ਤੋਂ ਪਾਵੇਂ ਚੋਰੀ ਨੀ ਇੱਕ ਲੋਰੀ ਨੀ ਮਾਂ ਸੋ ਇਸ ਲੋਰੀ ਗੀਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਅਣਜੰਮੀ ਧੀ ਇੱਕ ਮਾਂ ਕੋਲ ਪੁਕਾਰ ਕਰਦੀ ਹੈ ਔਰ ਉਸ ਦੀ ਲੋਰੀ ਲੈਣਾ ਚਾਹੁੰਦੀ ਹੈ। ਇਹ ਵੇਰਵੇ ਬੜੇ ਮਨ ਨੂੰ ਬੜੇ ਦੁਖਾਂਤਕ ਨੇ, ਬੜੇ ਮਨ ਨੂੰ ਪਿਘਲਾਉਣ ਵਾਲੇ ਨੇ ਔਰ ਇੱਕ ਚੇਤਨਾ ਪੈਦਾ ਕਰਦੇ ਹੈ ਕਿ ਅਣਜੰਮੀ ਧੀ ਜੇਕਰ ਕੁੱਖ 'ਚ ਪੁਕਾਰ ਕਰਦੀ ਹੈ ਤੇ ਸਾਨੂੰ ਜਿਹੜੀਆਂ ਧੀਆਂ ਨੇ ਉਹਨਾਂ ਨੂੰ ਇਹ ਦੁਨੀਆ ਦਿਖਾਉਣੀ ਚਾਹੀਦੀ ਹੈ। ਸੋ ਇਸ ਦੇ ਵਿੱਚ ਵਿਭਾਵ ਕੀ ਹੈ ਕਿ ਅਣਜੰਮੀ ਧੀ ਦੀ ਕੁੱਖ ਵਿੱਚ ਕਤਲ ਕਰਨ ਤੋਂ ਪਹਿਲਾਂ ਮਾਂ ਨੂੰ ਇੱਕ ਲੋਰੀ ਦੇਣ ਦੀ ਕੀਤੀ ਗਈ ਜਿਹੜੀ ਪੁਕਾਰ ਹੈ ਉਹ ਬੜੀ ਹੀ ਸ਼ੋਕਮਈ ਹੈ। ਸੋ ਇਹ ਰਚਨਾ ਕਰੁਣਾ ਰਸ ਉਤਪੰਨ ਕਰਦੀ ਹੈ। ਤੁਸੀਂ ਸੁਣਾਵਾਂਗੇ, ਦੇਖਣਾ ਖੁੱਭ ਕੇ ਹੈ ਤਾਂ ਤੁਹਾਨੂੰ ਸਮਝ ਆ ਜਾਏਗੀ ਕਿ ਕਿਸੇ ਰਚਨਾ ਦੇ ਵਿੱਚ ਜਿਹੜੇ ਸ਼ੋਕਮਈ ਵੇਰਵੇ ਨੇ ਕਿਵੇਂ ਪਾਠਕ ਸਰੋਤੇ ਜਾਂ ਦਰਸ਼ਕ ਦੇ ਮਨ ਦੇ ਵਿੱਚ ਇਹ ਸ਼ੋਕ ਦਾ ਸਥਾਈ ਭਾਵ ਜਗਾਉਣ ਉਪਰੰਤ ਕਰੁਣਾ ਰਸ ਨੂੰ ਉਤਪੰਨ ਕਰਦੇ ਨੇ। ਜਦ ਬੱਚਿਆਂ ਦੇ ਹੱਥਾਂ ਚੋਂ ਰੋਟੀ ਕਾ ਖੋਵਣ, ਮਮਤਾ ਵਾਲੇ ਬੂਹੇ ਮਾਸੀਆਂ ਚਾਚੀਆਂ ਜਦ ਢੋਵਣ, ਜਦੋਂ ਪਿਆਰ ਦੀ ਥਾਂ ਮਤਰੇਈਆਂ ਗਾਲਾਂ ਪਾਉਂਦੀਆਂ ਨੇ, ਫਿਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ, ਫਿਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ। ਜਿਹੜੇ ਸੰਚਾਰੀ ਭਾਵ ਨੇ ਉਹ ਸ਼ੋਕ ਦੇ ਸਥਾਈ ਭਾਵ ਦੇ ਨਾਲ ਕਿਹੜੇ ਤਰ੍ਹਾਂ ਦੇ ਸੰਚਾਰੀ ਭਾਵ ਆਉਂਦੇ ਨੇ? ਦੁੱਖ ਆਉਂਦਾ ਹੈ, ਚਿੰਤਾ ਹੁੰਦੀ ਹੈ, ਉਦਾਸੀ ਹੈ, ਮਾਯੂਸੀ ਹੈ, ਨਿਰਾਸ਼ਾ ਹੁੰਦੀ ਹੈ, ਹਮਦਰਦੀ ਜਾਗਦੀ ਹੈ, ਤਰਸ ਆਉਂਦਾ ਹੈ ਔਰ ਜਬਰ ਵਿਰੁੱਧ ਇੱਕ ਡਾਢਾ ਰੋਸ ਵੀ ਆਉਂਦਾ। ਸੋ ਜਿਹੜਾ ਸਾਡਾ ਕਰੁਣਾ ਰਸ ਹੈ ਉਸ ਦੇ ਇਹ ਅਨੁਭਾਵ ਨੇ। ਔਰ ਹੁਣ ਅਸੀਂ ਅਭਿਆਸ ਵਜੋਂ ਕੁਝ ਪ੍ਰਸ਼ਨ ਨੇ ਜਿਹੜੇ ਤੁਹਾਨੂੰ ਅਸੀਂ ਕਰਨਾ ਚਾਹਾਂਗੇ ਔਰ ਉਹਨਾਂ ਪ੍ਰਸ਼ਨਾਂ ਦੇ ਆਧਾਰ 'ਤੇ ਤੁਸੀਂ ਜਵਾਬ ਵੀ ਦੇ ਸਕਦੇ ਹੋ, ਕਰੁਣਾ ਰਸ ਨੂੰ ਸਹੀ ਤਰ੍ਹਾਂ ਸਮਝ ਵੀ ਸਕਦੇ ਹੋ। ਕਰੁਣਾ ਰਸ ਦਾ ਸਥਾਈ ਭਾਵ ਕਿਹੜਾ ਹੈ ਜੀ? ਸ਼ੋਕ। ਸੋ ਸਾਡਾ ਅਗਲਾ ਪ੍ਰਸ਼ਨ ਹੈ ਕਿ ਹੇਠ ਲਿਖਿਆਂ ਵਿੱਚੋਂ
ਕਿਹੜੀ ਰਚਨਾ ਮੁੱਖ ਰੂਪ ਵਿੱਚ ਕਰੁਣਾ ਰਸੀ ਹੈ? ਜੰਗਨਾਮਾ ਹੈ, ਵਾਰ ਹੈ, ਵੈਣ ਕੀਰਨੇ ਦਾ ਸਾਹਿਤਕ ਰੂਪ ਜਾਂ ਚੁਟਕਲੇ? ਤਾਂ ਕੀ ਜਵਾਬ ਆਏਗਾ ਜੀ? ਵੈਣ ਕੀਰਨੇ ਦਾ ਸਾਹਿਤਕ ਰੂਪ। ਇਸੇ ਤਰ੍ਹਾਂ ਅਗਲਾ ਪ੍ਰਸ਼ਨ ਹੈ ਕਿ ਕਰੁਣਾ ਰਸ ਦੀ ਪਰਿਭਾਸ਼ਾ ਦੱਸੋ। ਇਹ ਪਰਿਭਾਸ਼ਾ ਅਸੀਂ ਕੀਤੀ ਵੀ ਹੈ, ਲਿਖੀ ਵੀ ਹੈ, ਤੁਹਾਨੂੰ ਦੱਸਿਆ ਵੀ ਹੈ। ਤਾਂ ਕਿਸੇ ਰਚਨਾ ਵਿਚਲੀ ਇਹ ਤੁਸੀਂ ਯਾਦ ਕਰ ਸਕਦੇ ਹੋ, ਸਮਝ ਸਕਦੇ ਹੋ, ਆਪਣੇ ਸ਼ਬਦਾਂ 'ਚ ਵੀ ਲਿਖ ਸਕਦੇ ਹੋ। ਸੋ ਸਾਡਾ ਅਗਲਾ ਪ੍ਰਸ਼ਨ ਹੈ, ਕਰੁਣਾ ਰਸ ਦੀ ਕੋਈ ਇੱਕ ਕਾਵਿਕ ਉਦਾਹਰਨ ਦਿਓ। ਇੱਕ ਉਦਾਹਰਨ ਅਸੀਂ ਲੈ ਸਕਦੇ ਹਾਂ ਜਿਹੜੀ ਅਸੀਂ ਹਵਾਲੇ ਵਜੋਂ ਦੇ ਸਕਦੇ ਹਾਂ। ਅੱਜ ਅੱਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰੇ ਸ਼ਾਹ ਨੂੰ ਕਹਿਣ। ਸੋ ਇਹ ਸੀ ਸਾਰੀ ਕਰੁਣਾ ਰਸ ਸੰਬੰਧੀ ਜਾਣਕਾਰੀ। ਆਸ ਕਰਦੇ ਹਾਂ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਕਰੁਣਾ ਰਸ ਕੀ ਹੁੰਦਾ, ਇਸ ਦਾ ਸਥਾਈ ਭਾਵ ਕਿਹੜਾ ਹੁੰਦਾ, ਕਿਸ ਤਰੀਕੇ ਦੇ ਨਾਲ ਇਹ ਰਚਨਾ 'ਚੋਂ ਜਾਗਦਾ ਹੈ। ਔਰ ਕਰੁਣਾ ਰਸ ਜਦੋਂ ਜਾਗਦਾ ਹੈ, ਸਾਨੂੰ ਪ੍ਰਾਪਤ ਸ਼ੋਕ ਦਾ ਸਥਾਈ ਭਾਵ ਜਦੋਂ ਜਾਗਦਾ ਹੈ, ਤਾਂ ਉਸ ਉਪਰੰਤ ਜਿਹੜੀ ਕਰੁਣਾ ਰਸ ਦੀ ਅਵਸਥਾ ਹੈ, ਕਿੱਦਾਂ ਦਾ ਰਸ ਹੁੰਦਾ ਹੈ, ਅਸੀਂ ਅਨੁਭਵ ਵੀ ਕੀਤਾ ਹੋਵੇਗਾ। ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।